हाँ जी बच्चों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਪ੍ਰੀਤੀ ਮੈਥ ਕਲਾਸਿਸ ਵਿੱਚ। ਇਸ ਚੈਨਲ ਤੇ ਆਪਾਂ ਮੈਥਸ ਦੇ ਨਾਲ ਨਾਲ ਬਾਕੀ ਵਿਸ਼ਿਆਂ ਦੇ ਪੇਪਰ ਦੀ ਤਿਆਰੀ ਕਰਦੇ ਹਾਂ। ਤੇ ਆਪਣਾ ਸੋਮਵਾਰ ਨੂੰ ਮੀਨਸ 16 ਮਾਰਚ ਨੂੰ ਕਲਾਸ 9 ਦਾ ਇੰਗਲਿਸ਼ ਦਾ ਪੇਪਰ ਹੈ। ਤੇ ਇਸ ਪੇਪਰ ਦੀ ਤਿਆਰੀ ਲਈ ਆਪਾਂ 3 ਸੈਂਪਲ ਪੇਪਰ ਡਿਸਕਸ ਕਰ ਚੁੱਕੇ ਹਾਂ। ਇਸ ਵੀਡੀਓ ਵਿੱਚ ਆਪਾਂ ਕਰਾਂਗੇ ਆਪਣਾ 4th ਸੈਂਪਲ ਪੇਪਰ। ਠੀਕ ਹੈ ਜੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤੇ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਉਹ ਵੀ ਅੱਛੇ ਨੰਬਰਸ ਲੈ ਲੈਣ, ਤਾਂ ਕਿ ਉਹ ਵੀ ਇਹਨਾਂ ਪੇਪਰਾਂ ਦੇ ਵਿੱਚੋਂ ਅੱਛੇ ਮਾਰਕਸ ਲੈ ਸਕਣ। ਆਪਣਾ ਸੈਕਸ਼ਨ A ਹੈ, ਇਹਦੇ ਵਿੱਚ ਆਪਣੀ ਰੀਡਿੰਗ ਸਕਿੱਲ ਹੈ। ਆਪਾਂ ਨੇ ਇੱਕ ਪੈਸੇਜ ਰੀਡ ਕਰਨੇ, ਫਿਰ ਉਸ ਨੂੰ ਰੀਡ ਕਰਦੇ ਹੋਏ ਆਪਾਂ ਨੇ ਨੀਚੇ ਦਿੱਤੇ ਗਏ 5 ਕੁਐਸਚਨਸ ਨੇ ਉਹਨਾਂ ਦੇ ਆਨਸਰਸ ਦੇਣੇ ਨੇ। ਚਲੋ ਰੀਡ ਕਰਦੇ ਆਪਣਾ ਪੈਸੇਜ। ਮੋਹਨ ਐਂਡ ਸੋਹਨ ਵਰ ਫਾਸਟ ਫਰੈਂਡਸ, ਕਿ ਮੋਹਨ ਤੇ ਸੋਹਨ ਬਹੁਤ ਹੀ ਪੱਕੇ ਮਿੱਤਰ ਸਨ। ਮੋਹਨ ਵਾਜ਼ ਵੈਰੀ ਸੈਲਫਿਸ਼ ਐਂਡ ਕਨਿੰਗ ਵਾਈਲ ਸੋਹਨ ਵਾਜ਼ ਵੈਰੀ ਲੋਇਲ ਐਂਡ ਡਿਪੈਂਡੈਂਟ, ਕਿ ਜਿਹੜਾ ਮੋਹਨ ਸੀ ਉਹ ਬਹੁਤ ਹੀ ਖੁਦਗਰਜ਼ ਸੀ ਤੇ ਜਦ ਕਿ ਜਿਹੜਾ ਸੋਹਨ ਸੀ ਉਹ ਬਹੁਤ ਹੀ ਇਮਾਨਦਾਰ ਸੀ ਤੇ ਉਹ ਉਹਦੇ ਉੱਪਰ ਡਿਪੈਂਡ ਰਹਿੰਦਾ ਸੀ। ਵਨ ਡੇ ਦੇ ਸੈਟ ਆਊਟ ਫॉर ਅ ਲੌਂਗ ਜਰਨੀ, ਇੱਕ ਦਿਨ ਉਹ ਲੰਬੀ ਜਰਨੀ ਤੇ ਗਏ। ਠੀਕ ਹੈ ਜੀ। ਬੋਥ ਡਿਸਾਈਡਡ ਟੂ ਹੈਲਪ ਈਚ ਅਦਰ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਦੋਨੇ ਉਹ ਇੱਕ ਦੂਜੇ ਦੀ ਹੈਲਪ ਕਰਨਗੇ। ਵਾਈਲ ਕ੍ਰੋਸਿੰਗ ਦਾ ਫੋਰੈਸਟ, ਜੰਗਲ ਦੇ ਵਿੱਚ ਜਦੋਂ ਉਹ ਗੁਜ਼ਰ ਰਹੇ ਸੀ। ਦੇ ਸਾ ਅ ਬੀਅਰ ਕਮਿੰਗ ਟੂਵਰਡਸ them, ਉਹਨਾਂ ਨੇ ਦੇਖਿਆ ਕਿ ਇੱਕ ਭਾਲੂ ਉਹਨਾਂ ਦੀ ਤਰਫ ਆ ਰਿਹਾ ਹੈ। ਮੋਹਨ ਐਟ ਵਾਂਸ ਕਲਿੰਬਡ ਅਪ ਅ ਟਰੀ, ਜਿਹੜਾ ਮੋਹਨ ਸੀ ਉਹ ਦਰਖਤ ਉੱਪਰ ਚੜ੍ਹ ਗਿਆ ਬਟ ਸੋਹਨ ਡਿਡ ਨਾਟ ਨੋ ਹਾਊ ਟੂ ਕਲਿੰਬ ਅਪ, ਪਰ ਜਿਹੜਾ ਸੋਹਨ ਸੀ ਉਹ ਇਹ ਨਹੀਂ ਜਾਣਦਾ ਸੀ ਕਿ ਪੇੜ ਦੇ ਉੱਪਰ ਕਿੱਦਾਂ ਚੜ੍ਹੀਦਾ ਹੈ। ਹੀ ਲੇ ਔਨ ਦਾ ਗਰਾਊਂਡ ਐਂਡ ਹੈਲਡ ਹਿਜ਼ ਬ੍ਰੀਥ, ਉਹ ਜ਼ਮੀਨ 'ਤੇ ਲੇਟ ਗਿਆ ਅਤੇ ਉਸਨੇ ਆਪਣੀ ਸਾਹ ਨੂੰ ਰੋਕ ਲਿਆ। ਦਾ ਬੀਅਰ ਕੇਮ ਐਂਡ ਟੁੱਕ ਸੋਹਨ ਐਜ਼ ਡੈਡ, ਜਿਹੜਾ ਉਹ ਭਾਲੂ ਸੀ ਉਹ ਆਇਆ ਅਤੇ ਉਸਨੇ ਦੇਖਿਆ ਕਿ ਜਿਹੜਾ ਉਹ ਸੋਹਨ ਹੈ ਉਸਨੂੰ ਡੈਡ ਦੀ ਤਰ੍ਹਾਂ ਉਹ ਮਹਿਸੂਸ ਹੋ ਰਿਹਾ ਸੀ ਕਿਉਂਕਿ ਉਸਦੇ ਸਾਹ ਨਹੀਂ ਚੱਲ ਰਹੇ ਸੀ। ਆਫਟਰ ਦਾ ਬੀਅਰ ਹੈਡ ਗੋਨ, ਕਿ ਜਦੋਂ ਉਹ ਰਿਛ ਉੱਥੋਂ ਚਲਾ ਗਿਆ। ਮੋਹਨ ਕੇਮ ਡਾਊਨ ਦਾ ਟਰੀ, ਮੋਹਨ ਪੇੜ ਤੋਂ ਨੀਚੇ ਆਇਆ ਤੇ ਐਂਡ ਆਸਕਡ ਮੋਹਨ ਬਟ ਦਾ ਬੀਅਰ ਹੈਡ ਸੈਡ ਇਨ ਹਿਜ਼ ਈਅਰ, ਤੇ ਉਹਨੂੰ ਪੁੱਛਿਆ ਸੋਹਨ ਨੂੰ ਕਿ ਬੀਅਰ ਨੇ ਤੇਰੇ ਕੰਨ ਦੇ ਵਿੱਚ ਕੀ ਕਿਹਾ। ਸੋਹਨ ਰਿਪਲਾਈਡ ਦੈਟ ਦਾ ਬੀਅਰ ਹੈਡ ਟੋਲਡ ਹਿਮ ਨੈਵਰ ਟੂ ਟਰਸਟ ਏ ਫਾਲਸ ਫਰੈਂਡ, ਸੋਹਨ ਨੇ ਜਵਾਬ ਦਿੱਤਾ ਕਿ ਉਸਨੇ ਮੇਰੇ ਕੰਨ ਦੇ ਵਿੱਚ ਕਿਹਾ ਕਿ ਕਦੇ ਵੀ ਇੱਕ ਝੂਠੇ ਮਿੱਤਰ ਦੇ ਉੱਪਰ ਵਿਸ਼ਵਾਸ ਨਾ ਕਰੋ। ਤਾਂ ਆਪਣਾ ਫਸਟ ਕੁਐਸਚਨ ਹੈ ਮੋਹਨ ਕੀ ਸੀ। ਵੈਰੀ ਸੈਲਫਿਸ਼ ਐਂਡ ਕਨਿੰਗ। ਸੋਹਨ ਕੀ ਸੀ। ਲੋਇਲ ਐਂਡ ਡਿਪੈਂਡੈਂਟ। ਵਨ ਡੇ ਮੋਹਨ ਐਂਡ ਸੋਹਨ ਸੈਟ ਆਊਟ, ਕਿੱਥੇ ਗਏ ਸੀ ਉਹ ਲੌਂਗ ਜਰਨੀ ਤੇ। ਵਟ ਡਿਡ ਦੇ ਸੀ ਇਨ ਦੀ ਫੋਰੈਸਟ, ਉਹਨੇ ਫੋਰੈਸਟ ਕੀ ਦੇਖਿਆ ਸੀ ਬੀਅਰ। ਦਾ ਬੀਅਰ ਹੈਡ ਟੋਲਡ ਸੋਹਨ ਨੋਟ ਟੂ, ਉਸਨੇ ਸੋਹਨ ਨੂੰ ਕੀ ਕਿਹਾ ਸੀ ਕੀ ਨਾ ਕਰਨ ਲਈ। ਟਰਸਟ ਅ ਫਾਲਸ ਫਰੈਂਡ। ਅੱਗੇ ਆਪਾਂ ਨੇ ਇੱਕ ਪੋਸਚਰ ਦਿੱਤਾ ਹੋਇਆ ਹੈ, ਇਸ ਨੂੰ ਆਪਾਂ ਨੇ ਕੇਅਰਫੁਲੀ ਦੇਖਣਾ ਹੈ, ਫਿਰ ਆਪਾਂ ਨੇ ਕੁਐਸਚਨਸ ਦੇ ਆਨਸਰਸ ਦੇਣੇ ਨੇ। ਦੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਗੌਰਮੈਂਟ ਆਫ ਓਡੀਸ਼ਾ ਇਜ਼ ਆਰਗੇਨਾਈਜ਼ਿੰਗ ਐਨ ਐਸੇ ਕੰਟੈਸਟ, ਠੀਕ ਹੈ, ਕਿ ਜਿਹੜੀ ਉੜੀਸਾ ਦੀ ਸਰਕਾਰ ਹੈ ਉਹ ਇੱਕ ਆਰਗੇਨਾਈਜ਼ ਕਰ ਰਹੀ ਹੈ ਪ੍ਰੋਗਰਾਮ, ਐਸੇ ਕੰਟੈਸਟ ਕਰਵਾ ਰਹੀ ਹੈ, ਐਸੇ ਲਿਖਣ ਦਾ ਮੁਕਾਬਲਾ ਫॉर ਆਲ ਦੀ ਸਟੂਡੈਂਟਸ ਆਫ ਦੀ ਸਟੇਟ, ਉਸ ਸਟੇਟ ਦੇ ਸਾਰੇ ਵਿਦਿਆਰਥੀਆਂ ਲਈ। ਇਹ ਸਬਜੈਕਟ ਕੀ ਹੈ ਇਹਨਾਂ ਦਾ, ਵਿਸ਼ਾ ਕੀ ਹੈ ਲਿਖਣ ਦਾ। ਕੰਜ਼ਰਵੇਸ਼ਨ ਆਫ ਐਨਰਜੀ, ਕਿ ਕਿਵੇਂ ਐਨਰਜੀ ਨੂੰ ਬਚਾਇਆ ਜਾ ਸਕੇ। ਲੈਂਥ ਆਫ ਦਾ ਐਸੇ ਕਿੰਨੀ ਹੋਣੀ ਚਾਹੀਦੀ, ਅਪ ਟੂ 1000 ਵਰਡਸ। ਲੈਂਗੁਏਜ ਉੜੀਆ ਜਾਂ ਫਿਰ ਇੰਗਲਿਸ਼ ਦੇ ਵਿੱਚ। ਲਾਸਟ ਡੇਟ ਕੀ ਸੀ ਉਸਦੀ 10 ਨਵੰਬਰ 2000, ਠੀਕ ਹੈ। ਸੈਂਡ ਯੂਰ ਐਂਟਰੀਜ਼, ਆਪਣੀ ਐਂਟਰੀਜ਼ ਭੇਜਣੀਆਂ ਨੇ ਕਿਸ ਨੂੰ, ਦਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਗੌਰਮੈਂਟ ਆਫ ਓਡੀਸ਼ਾ ਕੁਟਕ। ਵਿਨ 10 ਅਟਰੈਕਟਿਵ ਪ੍ਰਾਈਜ਼ਿਸ ਐਂਡ ਕਮੈਂਡੇਸ਼ਨ ਸਰਟੀਫਿਕੇਟ। ਤਾਂ ਪਹਿਲਾ ਕੁਐਸਚਨ ਹੈ ਵਟ ਇਜ਼ ਅ ਪੋਸਚਰ ਅਬਾਊਟ, ਕਿ ਪੋਸਚਰ ਕਿਸ ਵਿਸ਼ੇ ਦੇ ਉੱਪਰ ਹੈ, ਐਸੇ ਕੰਟੈਸਟ ਇਹਦੇ ਵਿੱਚ ਕਰਵਾਇਆ ਜਾ ਰਿਹਾ ਹੈ। ਟੋਪਿਕ ਆਫ ਦਾ ਐਸੇ ਰਾਈਟਿੰਗ ਕੰਟੈਸਟ ਇਜ਼, ਕਿ ਜਿਹੜਾ ਐਸੇ ਲਿਖਵਾਇਆ ਜਾ ਰਿਹਾ ਉਹ ਟੋਪਿਕ ਕੀ ਸੀ, ਕੰਜ਼ਰਵੇਸ਼ਨ ਆਫ ਐਨਰਜੀ। ਲੈਂਥ ਆਫ ਐਸੇ ਮਸਟ ਬੀ ਅਪ ਟੂ, ਲੈਂਥ ਕਿੰਨੀ ਹੋਣੀ ਚਾਹੀਦੀ ਉਸ ਐਸੇ ਦੀ 1000 ਵਰਡਸ। ਟੂ ਹੋਮ ਦੀ ਐਂਟਰੀਜ਼ ਆਫ ਦਾ ਕੰਟੈਸਟ ਵਿਲ ਬੀ ਸੈਂਟ ਟੂ, ਐਂਟਰੀਜ਼ ਕਿਸ ਨੂੰ ਭੇਜਣੀਆਂ ਸੀਆਂ, ਦੇਖੋ ਲਿਖਿਆ ਹੋਇਆ ਸੀ ਦਾ ਡਾਇਰੈਕਟੋਰੇਟ ਆਫ ਐਜੂਕੇਸ਼ਨ। ਹੂ ਕੈਨ ਪਾਰਟੀਸਪੇਟ ਇਨ ਦੀ ਕੰਟੈਸਟ, ਕੌਣ ਪਾਰਟੀਸਪੇਟ ਕਰ ਸਕਦੇ ਸੀ, ਉੜੀਸਾ ਦੇ ਬੱਚੇ ਸਟੂਡੈਂਟਸ।
ਅੱਗੇ ਹੈ ਜੀ ਸੈਕਿੰਡ ਕੁਐਸਚਨ, ਆਨਸਰ ਦ ਫੋਲੋਇੰਗ ਕੁਐਸਚਨਸ, 8 ਮਾਰਕਸ ਦੇ ਇਹ ਪਾਰਟ। ਵਨ ਸ਼ੁਡ ਨੈਵਰ ਸੈਲ ਵਨਸ, ਕਿ ਕਿਸੇ ਨੂੰ ਆਪਣਾ ਕੀ ਨਹੀਂ ਵੇਚਣਾ ਚਾਹੀਦਾ, ਹਾਰਟ ਐਂਡ ਸੋਲ। ਬੋਸ ਵੈਂਟ ਟੂ ਡੈਸ਼ ਫॉर ਹਾਈ ਸਟੱਡੀਜ਼, ਕਿੱਥੇ ਗਿਆ ਸੀ, ਇੰਗਲੈਂਡ। ਕਾਲਾਘਾਟ ਵਾਸ ਡੈਸ਼ ਕਿਲੋਮੀਟਰ ਅਵੇ, ਕਿੰਨੀ ਦੂਰ ਸੀ ਉਹ, 100 ਕਿਲੋਮੀਟਰਸ। ਨੋ ਮੈਨ ਆਰ ਸਟ੍ਰੇਂਜ ਐਂਡ ਨੋ ਕੰਟਰੀਜ਼ ਆਰ ਫੋਰਨ, ਟਰੂ ਔਰ ਫਾਲਸ, ਤੇ ਇਹ ਆਊਗਾ ਟਰੂ। ਹੂ ਵਾਸ ਲੈਫਟ ਅਲੋਨ ਇਨ ਦੀ ਹਟ, ਹਟ ਦੇ ਵਿੱਚ ਕੌਣ ਇਕੱਲਾ ਰਹਿ ਗਿਆ ਸੀ, ਡੌਗ। ਵੇਅਰ ਡਿਡ ਦ ਬॉय ਲਿਵ, ਬॉय ਕਿੱਥੇ ਰਹਿੰਦਾ ਸੀ, ਸਿਸਿਲੀ। ਹੂ ਵਾਸ ਸੂ ਐਂਡ ਜੌਨਸੀ, ਕੌਣ ਸੀ ਇਹ, ਆਰਟਿਸਟ। ਹੂ ਡਿਡ ਲੈਂਚੋ ਰਾਈਟ ਟੂ ਫॉर ਹੈਲਪ, ਲੈਂਚੋ ਨੇ ਹੈਲਪ ਲਈ ਕਿਸ ਨੂੰ ਲਿਖਿਆ ਸੀ, ਪਰਮਾਤਮਾ ਨੂੰ, ਗੋਡ ਨੂੰ। ਸੈਕਿੰਡ ਆਪਣਾ ਅੱਗੇ ਹੈਗੇ ਸੈਕਸ਼ਨ ਸੀ, ਇਸ ਦੇ ਵਿੱਚ ਜਿਹੜਾ ਥਰਡ ਦਾ ਪਹਿਲਾ ਪਾਰਟ ਹੈ, ਆਨਸਰ ਯਾਨੀ 3 ਕੁਐਸਚਨ ਦੇ ਆਨਸਰਸ ਦੇਣੇ ਨੇ ਆਪਾਂ ਨੇ, ਠੀਕ ਹੈ। 5 ਕੁਐਸਚਨ ਨੇ, ਕੋਈ 3 ਕਰਨੇ ਨੇ, 2-2 ਨੰਬਰਸ ਵਾਲੇ ਨੇ ਆਪਣੇ। ਤਾਂ ਪਹਿਲਾ ਕੁਐਸਚਨ ਹੈ, ਵਟ ਸ਼ੁਡ ਵਨ ਬੀ ਅਵੇਅਰ ਆਫ ਟੂ ਮਚ, ਕਿਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਉਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਹੜੇ ਕਿ ਬਹੁਤ ਜ਼ਿਆਦਾ ਸਵੀਟੀ ਦਿਖਾਉਂਦੇ ਨੇ, ਠੀਕ ਹੈ, ਫਲਟਰੀ ਗੱਲਾਂ ਕਰਦੇ ਨੇ ਜਾਂ ਓਵਰ ਸਵੀਟ ਹੁੰਦੇ ਨੇ, ਉਹਨਾਂ ਤੋਂ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅੱਗੇ ਹੈ ਜੀ, ਨੇਮ ਦੀ ਇੰਸਟਰੂਮੈਂਟ ਮੇਡ ਬਾਈ ਜੇ.ਸੀ. ਬੋਸ, ਜੇ.ਸੀ. ਬੋਸ ਨੇ ਕਿਹੜਾ ਇੰਸਟਰੂਮੈਂਟ ਬਣਾਇਆ ਸੀ, ਦ ਇੰਸਟਰੂਮੈਂਟ ਇਜ਼ ਕਾਲਡ ਦੀ ਕ੍ਰਿਸਕੋਗ੍ਰਾਫ। ਵਟ ਵਾਜ਼ ਦ ਨੇਮ ਆਫ ਦੀਅਰ ਸਪੇਸ ਕਰਾਫਟ, ਦਾ ਕੀ ਨਾਮ ਸੀ, ਪੋਲੋ 11। ਬੇਟਾ ਤੁਸੀਂ ਇਹ ਨਾ ਕ੍ਰੋਸ ਚੈੱਕ ਕਰ ਲਿਓ ਇੱਕ ਵਾਰੀ, ਹੋ ਸਕਦਾ ਕਿ ਮੇਰੇ ਆਨਸਰ ਇਹ 1-2 ਗਲਤ ਹੋਣ, ਠੀਕ ਹੈ, ਤੁਸੀਂ ਦੇਖ ਲੈਣਾ ਆਪਣੀ ਬੁੱਕ ਦੇ ਵਿੱਚੋਂ। ਵਿਚ 2 ਕੰਟਰੀਜ਼ ਹੈਡ ਵਰਕਡ ਆਊਟ ਅ ਪ੍ਰੋਗਰਾਮ ਫॉर ਦੀ ਐਕਸਪਲੋਰੇਸ਼ਨ ਆਫ ਦ ਮੂਨ, ਕਿਹੜੀ 2 ਦੇਸ਼ ਮਿਲ ਕੇ ਕੰਮ ਕਰ ਰਹੇ ਸੀ ਇਸ ਪ੍ਰੋਗਰਾਮ 'ਤੇ, ਦ USA ਐਂਡ ਸੋਵੀਅਤ ਯੂਨੀਅਨ। ਵਟ ਵਾਜ਼ ਹਰ ਚਾਈਲਡਹੁੱਡ ਨੇਮ, ਦ 3 ਗ੍ਰੇਟ ਇੰਡੀਅਨਸ ਦੇ ਵਿੱਚੋਂ ਇਹ ਕਿ ਉਹਨਾਂ ਦੇ ਬਚਪਨ ਦਾ ਨਾਮ ਕੀ ਸੀ, ਡਿਪੈਂਡਿੰਗ ਔਨ ਦੀ ਸਪੈਸੀਫਿਕ ਪਰਸਨ ਮੈਂਸ਼ਨ। ਰਾਣੀ ਲਕਸ਼ਮੀ ਬਾਈ ਦੇ ਬਚਪਨ ਦਾ ਨਾਮ ਦੱਸਣਾ ਆਪਾਂ ਨੇ ਕੀ ਸੀ, ਤਾਂ ਉਹ ਹੈਗਾ ਸੀ ਜੀ ਮਣੀਕਰਨਿਕਾ। ਅੱਗੇ ਹੈਗਾ ਜੀ ਆਪਣੇ 2 ਕੁਐਸਚਨ ਨੇ ਬੀ ਪਾਰਟ ਦੇ, ਤੇ ਦੋਨਾਂ 'ਚ ਕੋਈ ਇੱਕ ਕਰਨਾ ਹੈ। ਲਿਸਟ ਦੀ ਕੁਆਲਿਟੀਜ਼ ਦੈਟ ਮੇਕ ਅ ਗੁੱਡ ਹਿਊਮਨ ਬੀਇੰਗ, ਕੀ ਕੁਆਲਿਟੀਜ਼ ਹੋਣੀ ਚਾਹੀਦੀਆਂ ਜਿਹਨਾਂ ਕੋਈ ਇਨਸਾਨ ਇੱਕ ਅੱਛਾ ਹਿਊਮਨ ਬੀਇੰਗ ਬਣਦਾ ਹੈ। ਜਾਂ ਫਿਰ ਵਾਈ ਇਜ਼ ਬਜਟਿੰਗ ਆਫ ਟਾਈਮ ਇੰਪੋਰਟੈਂਟ, ਇਹਦੇ ਉੱਪਰ ਆਪਾਂ ਨੇ ਲਿਖਣਾ ਹੈ। ਤਾਂ ਪਹਿਲਾ ਹੈਗਾ ਜੀ ਕੁਆਲਿਟੀਜ਼ ਕੀ ਹੋਣੀ ਚਾਹੀਦੀਆਂ ਨੇ, ਕਿ ਹੋਨੈਸਟ ਹੋਣਾ ਚਾਹੀਦਾ, ਇਮਾਨਦਾਰ, ਬਰੇਵ, ਹੈਵ ਦ ਕਰੇਜ ਟੂ ਸਟੈਂਡ ਅਲੋਨ ਫॉर ਦ ਟਰੂਥ, ਕਿ ਉਸ 'ਚ ਇੰਨੇ ਹੌਸਲਾ ਹੋਣਾ ਚਾਹੀਦਾ ਕਿ ਉਹ ਸੱਚ ਲਈ ਇਕੱਲਾ ਖੜ ਸਕੇ, ਐਂਡ ਬੀ ਏਬਲ ਟੂ ਫਿਲਟਰ ਵਟ ਦੇ ਹੇਅਰ ਥਰੂ ਅ ਸਕਰੀਨ ਆਫ ਟਰੂਥ। ਅਗਲਾ ਹੈਗਾ ਜਾ ਪਾ ਕੇ, ਵਾਈ ਇਜ਼ ਅ ਬਸਟਿੰਗ ਆਫ ਟਾਈਮ ਇੰਪੋਰਟੈਂਟ, ਬਸਟਿੰਗ ਆਫ ਟਾਈਮ ਇਜ਼ ਇੰਪੋਰਟੈਂਟ ਬਿਕੋਜ਼ ਟਾਈਮ ਇਜ਼ ਅ ਲਿਮਿਟਡ ਰਿਸੋਰਸ, ਠੀਕ ਹੈ, ਟਾਈਮ ਆਪਣੇ ਕੋਲ ਬਹੁਤ ਸੀਮਿਤ ਹੈ। ਦੈਟ ਕੈਨ ਨਾਟ ਬੀ ਰਿਕਵਰਡ ਵੰਸ ਲੋਸ, ਅਗਰ ਇੱਕ ਵਾਰੀ ਆਪਾਂ ਗਵਾ ਦਈਏ ਤਾਂ ਦੁਬਾਰਾ ਇਸ ਨੂੰ ਆਪਾਂ ਰਿਕਵਰ ਨਹੀਂ ਕਰ ਸਕਦੇ। ਇਟ ਹੈਲਪਸ ਇਨ ਅਚੀਵਿੰਗ ਗੋਲਸ ਐਫੀਸ਼ੀਐਂਟਲੀ ਐਂਡ ਲਿਵਿੰਗ ਅ ਡਿਸਿਪਲਿਨਡ ਸਕਸੈਸਫੁਲ ਲਾਈਫ। ਇਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਸਟੈਂਜਾ। ਰੀਡ ਦੀ ਫੋਲੋਇੰਗ ਸਟੈਂਜਾ ਕੇਅਰਫੁਲੀ ਐਂਡ ਆਨਸਰ ਐਨੀ 2 ਕੁਐਸਚਨਸ। He is here where the tiler is tilling the hard ground and where the pathmaker is breaking stones. He is with them in the sun and in the shower. ਤਾਂ ਪਹਿਲਾ ਕੁਐਸਚਨ ਸੀ ਨੇਮ ਦੀ ਪੋਇਮ ਐਂਡ ਦੀ ਪੋਇਟ, ਕਿ ਪੋਇਮ ਦਾ ਨੇਮ ਕੀ ਹੈ ਤੇ ਇਸਦਾ ਪੋਇਟ ਕੌਣ ਹੈ। ਪੋਇਮ ਦਾ ਨੇਮ ਹੈਗਾ ਜੀ ਵੇਅਰ ਦੀ ਮਾਈਂਡ ਇਜ਼ ਵਿਦਾਊਟ ਫੀਅਰ ਐਂਡ the poet name is Rabindranath Tagore. Second question, what is the tiler doing? The tiler is tiling the hard ground. Third, who is he referred in the poem? ਕਿਹੜਾ he word ਹੈ ਇਹ ਕਿਸ ਲਈ ਯੂਜ਼ ਕੀਤਾ ਗਿਆ ਪੋਇਮ ਦੇ ਵਿੱਚ, ਇਹ ਪਰਮਾਤਮਾ ਲਈ, ਗੋਡ ਲਈ ਕੀਤਾ ਗਿਆ ਹੈ। ਅੱਗੇ ਹੈ ਸੈਂਟਰਲ ਆਈਡੀਆ ਲਿਖਣਾ ਆਪਾਂ ਨੇ, ਓਪਨ ਦੀ ਆਈ ਐਂਡ ਸੀ ਦੀ ਗੋਲਡ। The central idea is that God is not found in temples or through rituals, ਕਿ ਪਰਮਾਤਮਾ ਸਿਰਫ ਮੰਦਰਾਂ ਵਿੱਚ ਜਾਂ ਰਿਚੁਅਲਸ ਦੇ ਜ਼ਰੀਏ ਨਹੀਂ ਮਿਲਦਾ, ਬਟ ਲਿਵਿੰਗ ਅਮੰਗ ਦੀ ਹੰਬਲ ਹਾਰਡ ਵਰਕਿੰਗ ਪੀਪਲ, ਠੀਕ ਹੈ, ਇਹ ਉਹਨਾਂ ਲੋਕਾਂ ਦੇ ਨਾਂ ਰਹਿੰਦਾ ਜਿਹੜੇ ਕਿ ਹੰਬਲ ਹੁੰਦੇ ਨੇ, ਹਾਰਡ ਵਰਕਿੰਗ ਹੁੰਦੇ ਨੇ, ਲਾਈਕ ਟਾਈਲਰਸ ਐਂਡ ਪਾਥ ਮੇਕਰਸ। ਸਰਵਿਸ ਟੂ ਹਿਊਮੈਨਿਟੀ ਇਜ਼ ਅ ਟਰੂ ਵੇ ਟੂ ਫਾਈਂਡ ਗੋਡ, ਠੀਕ ਹੈ, ਇਨਸਾਨੀਅਤ ਦੀ ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਨੂੰ ਪਾਉਣ ਦਾ ਸਹੀ ਜ਼ਰੀਆ ਹੈ। ਅੱਗੇ ਲਿਟਰੇਚਰ ਦੀ ਬੁੱਕ ਵਿੱਚ ਆਪਾਂ ਦੇਖੋ ਫਿਰ ਅੱਗੇ 5 ਕੁਐਸਚਨ ਨੇ, ਕੋਈ 3 ਕਰਨੇ ਨੇ। ਪਹਿਲਾ ਹੈਗਾ ਵਾਈ ਡਿਡ ਦ ਬॉय ਗੋ ਟੂ ਦੀ ਫਾਰਮਰ, ਜਿਹੜਾ ਲੜਕਾ ਸੀ ਉਹ ਫਾਰਮਰ ਦੇ ਕੋਲ ਕਿਉਂ ਗਿਆ ਸੀ। ਹੀ ਵੈਂਟ ਟੂ ਵਰਕ ਫॉर ਦੀ ਫਾਰਮਰ ਟੂ ਅਰਨ ਅ ਲਿਵਿੰਗ, ਠੀਕ ਹੈ, ਉਹ ਕੰਮ ਕਰਨ ਲਈ ਗਿਆ ਸੀ
ਤਾਂ ਕਿ ਉਹ ਆਪਣੇ ਜਿੰਦਾ ਰਹਿਣ ਲਈ ਕੁਛ ਕਮਾ ਸਕੇ। ਵਟ ਹੈਪਨ ਟੂ ਦੀ ਡੋਗ ਇਨ ਦੀ ਐਂਡ, ਕਿ ਅਖੀਰ ਦੇ ਵਿੱਚ ਡੋਗ ਨੂੰ ਕੀ ਹੋ ਜਾਂਦਾ ਹੈ। ਦ ਡੋਗ ਵਾਸ ਲੈਫਟ ਬਿਹਾਈਂਡ ਇਨ ਦੀ ਫਲੱਡ ਐਂਡ ਇਵੈਂਚੁਅਲੀ ਡਾਈਡ, ਕਿ ਜਿਹੜਾ ਡੋਗ ਹੈ ਪਿੱਛੇ ਰਹਿ ਜਾਂਦਾ ਫਲੱਡ ਦੇ ਵਿੱਚ ਅਤੇ ਉਹ ਮਰ ਜਾਂਦੇ। ਸਿੰਬਲਾਈਜ਼ਿੰਗ ਦਾ ਟ੍ਰੈਜਿਕ ਅਬੈਂਡਨਮੈਂਟ ਆਫ ਲੋਇਲ ਕ੍ਰੀਏਚਰਸ ਡਿਊਰਿੰਗ ਡਿਜ਼ਾਸਟਰਸ। ਹੂ ਟੁੱਕ ਦ ਲੈਟਰ ਟੂ ਦ ਪੋਸਟਮਾਸਟਰ, ਪੋਸਟਮਾਸਟਰ ਕੋਲ ਲੈਟਰ ਕੌਣ ਲੈ ਕੇ ਗਿਆ ਸੀ। ਲੈਂਚੋ ਹਿਮਸੈਲਫ ਟੁੱਕ ਦੀ ਲੈਟਰ ਟੂ ਦ ਪੋਸਟ ਆਫਿਸ, ਲੈਂਚੋ ਖੁਦ ਲੈਟਰ ਨੂੰ ਪੋਸਟ ਆਫਿਸ ਲੈ ਕੇ ਗਿਆ ਸੀ ਅਤੇ ਉਹਨੂੰ ਮੇਲ ਬਾਕਸ ਦੇ ਵਿੱਚ ਪਾਤਾ ਸੀ। ਹੂ ਵਾਜ਼ ਬਹਿਮਾਨ, ਮਹਿਮਨ ਵਾਜ਼ ਐਨ ਐਲਡਰਲੀ ਪੇਂਟਰ, ਇੱਕ ਬੁੜਾ ਪੇਂਟਰ ਸੀ ਬਜ਼ੁਰਗ। ਹੂ ਲਿਵਡ ਇਨ ਦੀ ਸੇਮ ਬਿਲਡਿੰਗ, ਠੀਕ ਹੈ, ਉਹ ਉਸੇ ਬਿਲਡਿੰਗ ਵਿੱਚ ਰਹਿੰਦਾ ਸੀ ਐਜ਼ ਸੂ ਐਂਡ ਜੌਨਸੀ ਐਂਡ ਡ੍ਰੀਮਡ ਆਫ ਪੇਂਟਿੰਗ ਅ ਮਾਸਟਰਪੀਸ, ਜਿਸ ਬਿਲਡਿੰਗ ਵਿੱਚ ਸੂ ਅਤੇ ਜੌਨਸੀ ਰਹਿੰਦੀਆਂ ਸੀ ਅਤੇ ਉਸਨੇ ਇੱਕ ਮਾਸਟਰਪੀਸ ਬਣਾਇਆ ਸੀ, ਠੀਕ ਹੈ, ਇੱਕ ਲੀਫ ਬਣਾਇਆ ਸੀ ਜਿਸ ਨੂੰ ਦੇਖ ਕੇ ਉਹਦੇ ਵਿੱਚ ਜੀਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਵਾਈ ਵਰ ਦੀ ਕੋਟਰੀਅਰਸ ਐਂਜ਼ੀਅਸ, ਠੀਕ ਹੈ, ਕਿ ਉਹ ਕਿਉਂ ਚਿੰਤੀ ਸੀ। They were anxious because they were trying to hide their own flaws or were worried about the king's reaction to his physical disability. Who took the letter to the postmaster? ਇਹ ਸਾਰੇ ਰਿਪੀਟ ਹੀ ਹੋ ਗਏ ਤਿੰਨੇ ਕੁਐਸਚਨ, ਆਪਣੇ ਪੰਜ ਕਰ ਲਏ ਪਹਿਲਾਂ। ਅੱਗੇ ਹੈਗੀ ਹੈ ਜੀ ਆਪਣੀ ਵੋਕੈਬਲਰੀ। Use the word book as a noun and a verb, ਕਿ ਜਿਹੜਾ ਇਹ ਆਪਣੇ ਕੋਲ ਬੁੱਕ ਵਰਡ ਹੈ ਇਸ ਨੂੰ ਆਪਾਂ ਨੇ ਨਾਊਨ ਅਤੇ ਵਰਬ ਦੇ ਤੌਰ 'ਤੇ ਯੂਜ਼ ਕਰਨਾ ਸੈਂਟੈਂਸ ਦੇ ਵਿੱਚ, ਠੀਕ ਹੈ ਜੀ। ਤਾਂ ਦੇਖਦੇ ਹਾਂ ਕਿਵੇਂ ਯੂਜ਼ ਕਰਾਂਗੇ ਆਪਾਂ। ਜਦੋਂ ਨਾਊਨ ਦੇ ਤੌਰ 'ਤੇ ਯੂਜ਼ ਕਰਨੇ, ਆਈ ਐਮ ਰੀਡਿੰਗ ਐਨ ਇੰਟਰਸਟਿੰਗ ਬੁੱਕ, ਕਿ ਮੈਂ ਇੱਕ ਇੰਟਰਸਟਿੰਗ ਬੁੱਕ ਪੜ੍ਹ ਰਹੀ ਹਾਂ। ਵਰਬ ਦੇ ਤੌਰ 'ਤੇ ਜਦੋਂ ਯੂਜ਼ ਕਰਨੇ, ਆਈ ਨੀਡ ਟੂ ਬੁੱਕ ਅ ਫਲਾਈਟ ਟੂ ਦਿੱਲੀ, ਕਿ ਮੈਨੂੰ ਦਿੱਲੀ ਜਾਣ ਲਈ ਇੱਕ ਫਲਾਈਟ ਬੁੱਕ ਕਰਨ ਦੀ ਜ਼ਰੂਰਤ ਹੈ। ਐਂਟੋਨੀਅਮਸ ਦੱਸਣਾ ਆਪਾਂ ਨੇ, ਓਪੋਜ਼ਿਟ ਵਰਡ, ਪੋਜ਼ੀਟਿਵ ਦਾ ਨੈਗੇਟਿਵ, ਹੈਪੀ ਦਾ ਸੈਡ ਜਾਂ ਫਿਰ ਅਨਹੈਪੀ ਵੀ ਕਹਿ ਸਕਤੀ ਹੋ। ਸਿਨੋਨੀਅਮ ਸੇਮ ਮੀਨਿੰਗ, ਬਿਗ ਦਾ ਲਾਰਜ ਜਾਂ ਫਿਰ ਹਿਊਜ, ਰਿਪਲਾਈ ਦਾ ਆਨਸਰ ਜਾਂ ਫਿਰ ਰਿਸਪੌਂਡ। ਅੱਗੇ ਹੈਗੀ ਟਰਾਂਸਲੇਸ਼ਨ, ਆਪਾਂ ਨੂੰ ਇੰਗਲਿਸ਼ ਦਿੱਤੇ ਹੋਏ ਨੇ ਸੈਂਟੈਂਸ, ਆਪਾਂ ਨੇ ਇਸਦੀ ਪੰਜਾਬੀ ਬਣਾਉਣੀ ਹੈ। ਸਟੀਅਰ ਹਿਮ ਅਵੇ ਫਰੋਮ ਐਨਵੀ, ਉਸਨੂੰ ਈਰਖਾ ਤੋਂ ਦੂਰ ਰੱਖੋ। ਯੂਅਰ ਇੰਸਟਰੂਮੈਂਟ ਇਜ਼ ਏ ਵੰਡਰਫੁਲ ਥਿੰਗ, ਤੁਹਾਡਾ ਸਾਜ਼ ਇੱਕ ਅਦਭੁਤ ਚੀਜ਼ ਹੈ। ਟਾਈਮ ਐਂਡ ਟਾਈਡ ਵੇਟ ਫੋਰ ਨਨ, ਸਮਾਂ ਅਤੇ ਲਹਿਰਾਂ ਕਿਸੇ ਦੀ ਉਡੀਕ ਨਹੀਂ ਕਰਦੇ। ਲਕਸ਼ਮੀ ਬਾਈ ਵਾਜ਼ ਬੋਰਨ ਔਨ 16 ਨਵੰਬਰ 1834, ਲਕਸ਼ਮੀ ਬਾਈ ਦਾ ਜਨਮ 16 ਨਵੰਬਰ 1834 ਨੂੰ ਹੋਇਆ ਸੀ। ਵੀ ਨੋ ਆਲ ਦਾ ਇੰਪੋਰਟੈਂਟ ਫੈਕਟਸ ਅਬਾਊਟ ਦਾ ਮੂਨ, ਅਸੀਂ ਚੰਦਰਮਾ ਬਾਰੇ ਸਾਰੇ ਮਹੱਤਵਪੂਰਨ ਤੱਥ ਜਾਣਦੇ ਹਾਂ। ਅੱਗੇ ਜੀ ਆਪਾਂ ਨੇ ਪੰਜਾਬੀ ਤੋਂ ਇੰਗਲਿਸ਼ ਬਣਾਉਣੀ ਹੈ। ਮੈਂ ਅੰਗਰੇਜ਼ੀ ਬੋਲ ਸਕਦਾ ਹਾਂ, ਆਈ ਕੈਨ ਸਪੀਕ ਇੰਗਲਿਸ਼। ਸੂਰਜ ਪੂਰਬ ਵਿੱਚੋਂ ਚੜ੍ਹਦਾ ਹੈ, ਦ ਸਨ ਰਾਈਜ਼ਿਜ਼ ਇਨ ਦਾ ਈਸਟ, ਉਸਨੂੰ TV ਦੇਖਣ ਦਿਓ। ਲੈਟ ਹਿਮ ਵਾਚ ਹਰ, ਵੱਡਿਆਂ ਦਾ ਕਹਿਣਾ ਮੰਨੋ। ਓਬੇ ਯੋਰ ਐਲਡਰਸ, ਉਸਦੀ ਘੜੀ ਬਹੁਤ ਕੀਮਤੀ ਹੈ। ਹਿਜ਼ ਔਰ ਹਰ ਵਾਚ ਇਜ਼ ਵੈਰੀ ਵੈਲਿਊਏਬਲ ਜਾਂ ਫਿਰ ਕੋਸਟਲੀ। ਅੱਗੇ ਜੀ ਆਪਾਂ ਨੂੰ ਪੈਸੇਜ ਦਿੱਤਾ ਹੋਇਆ ਹੈ, ਉਸ ਪੈਸੇਜ ਨੂੰ ਰੀਡ ਕਰਕੇ ਆਪਾਂ ਨੇ ਉਸਦੇ ਉੱਪਰ ਇੱਕ ਰਿਪੋਰਟ ਤਿਆਰ ਕਰਨੀ ਹੈ। ਇੱਥੇ ਆਓ। ਪੈਸੇਜ ਤੋਂ ਪਹਿਲਾਂ ਆਪਣੀ ਗ੍ਰਾਮਰ ਹੈ। ਫਿਲ ਇਨ ਦੀ ਬਲੈਂਕ ਵਿਦ ਸੂਟੇਬਲ ਡਿਟਰਮੀਨਰ। ਆਈ ਬਾਊਟ ਡੈਸ਼ ਐਪਲ, ਏ ਔਰ ਐਨ, ਤੇ ਇੱਥੇ ਆਏਗਾ ਐਨ, ਆਈ ਬਾਊਟ ਐਨ ਐਪਲ। ਵੀ ਲਵ ਡੈਸ਼ ਮਦਰਲੈਂਡ ਆਰ, ਕਿ ਸਾਨੂੰ ਆਪਣੀ ਮਾਤਰ ਭੂਮੀ ਨਾਲ, ਕਿ ਅਸੀਂ ਆਪਣੀ ਮਾਤਰ ਭੂਮੀ ਨੂੰ ਪਿਆਰ ਕਰਦੇ ਹਾਂ। ਫਿਲ ਇਨ ਦੀ ਬਲੈਂਕ ਵਿਦ ਕਰੈਕਟ ਮਾਡਲ, ਡੈਸ਼ ਗੋਡ ਬਲੈਸ ਯੂ, ਮੇ ਗੋਡ ਬਲੈਸ ਯੂ, ਤਾਂ ਕੀ ਆਏਗਾ ਉਰੇ ਮੇ। ਯੂ ਡੈਸ਼ ਕੀਪ ਯੋਰ ਪ੍ਰੋਮਿਸ, you must keep your promise. Fill in the blank with suitable preposition. We pray dash God daily, we pray to God. Fill in the blank with suitable conjunction. She is both intelligent and
ਓਨੈਸਟ, ਠੀਕ ਹੈ, ਉਹ ਇੰਟੈਲੀਜੈਂਟ ਵੀ ਹੈ ਅਤੇ ਇਮਾਨਦਾਰ ਵੀ ਹੈ। ਅਤੇ ਐਂਡ ਇੱਥੇ ਪਹਿਲੀ ਲੱਗ ਰਿਹਾ ਸੀ, ਵੈਸੇ ਐਂਡ ਹੀ ਆਉਣਾ ਸੀ। ਪੁੱਟ ਦ ਕਰੈਕਟ ਵਰਬ in the blank. Slow and steady wins the race. क्या बोल रहे? Wins. Change the reported speech. He said to me, honesty is the best policy. Said to जगह ਤੇ ਕੀ ਆ ਜਾਏਗਾ? Told. Commas ਦੀ place ਤੇ ਆ ਜਾਊਗਾ that. ठीक है, बाकी same है. Honesty is the best policy. Change the voice. He killed the lion. The lion was killed by. he ਦਾ ਕੀ ਬਣ ਜਾਏਗਾ? Him. Underline the noun clause. She hopes that she will pass this year. ਇੱਥੇ ਆ ਜਾਊਗਾ she will pass, that she will pass this year. ਅੱਗੇ ਹੈ ਜੀ ਆਪਣਾ ਦੇਖੋ ਪੈਸੇਜ, ਇਹਨੂੰ ਪੜ੍ਹ ਕੇ ਆਪਾਂ ਨੇ ਨੋਟਸ ਬਣਾਉਣੇ ਨੇ। According to the Union Transport Ministry, buses constitute only 1.2% of Indian vehicle. In 2002, they were responsible for more than 11% of road accident and 30% deaths. Around 85,000 people die every year from road accident in India. The social cost of all this is a staggering rupees 55,000 crores. In India as in Asia, the driver is a main culprit. 78% of accidents are due to the driver fault, so there is a need for some improvement in road structure with special lanes for cyclists and handcarts, and proper footpaths for pedestrians. ਤਾਂ ਇਹਦੇ ਉੱਪਰ ਰਿਪੋਰਟ ਲਿਖਣੀ ਹੈ। ਰਿਪੋਰਟ ਔਨ ਰੋਡ ਐਕਸੀਡੈਂਟ ਫਰੋਮ ਟਰਾਂਸਪੋਰਟ ਮਿਨਿਸਟਰੀ। ਨੰਬਰ ਆਫ ਪੀਪਲ ਡਾਈ ਡਿਊ ਟੂ ਐਕਸੀਡੈਂਟ, ਠੀਕ ਹੈ, ਇਹ ਸਾਰੇ ਆਪਾਂ ਦੇਖਦੇ ਹਾਂ। ਤਾਂ ਨੰਬਰ ਆਫ ਪੀਪਲ ਡਾਈ ਡਿਊ ਟੂ ਐਕਸੀਡੈਂਟ ਇੱਥੇ ਆਊਗਾ ਅਰਾਊਂਡ 85,000 ਐਵਰੀ ਈਅਰ। ਪਰਸੈਂਟੇਜ ਆਫ ਰੋਡ ਐਕਸੀਡੈਂਟ ਕਿੰਨੀ ਸੀ? ਮੋਰ ਦੈਨ 11% ਕਾਜ਼ਡ ਬਾਈ ਦਾ ਬੱਸਿਸ ਦੇ ਕਾਰਨ ਜਿਹੜੀ ਹੁੰਦੀ ਸੀ। ਪਰਸੈਂਟੇਜ ਆਫ ਡੈਥਸ ਡਿਊ ਟੂ ਰੋਡ ਐਕਸੀਡੈਂਟ ਕਰਕੇ ਕਿੰਨੀਆਂ ਮੌਤਾਂ ਹੋਈਆਂ ਸੀ? 13% ਕਾਜ਼ਡ ਬਾਈ ਦਾ ਬੱਸਿਸ। ਮਨੀ ਸਪੈਂਟ ਔਨ ਪ੍ਰੋਬਲਮ ਰਿਲੇਟਡ ਟੂ ਐਕਸੀਡੈਂਟ, ਅਤੇ ਕਿੰਨਾ ਪੈਸਾ ਖਰਚ ਹੋਇਆ ਇਹਨਾਂ ਪ੍ਰੋਬਲਮ ਸੇ? ਅਰਾਊਂਡ 55,000 ਕਰੋੜਸ ਸੋਸ਼ਲ ਕੋਸਟ ਸੀ ਇਹ। ਪਰਸੈਂਟੇਜ ਆਫ ਡੈਥਸ ਡਿਊ ਟੂ ਡਰਾਈਵਰ ਫੋਲਟ, ਡਰਾਈਵਰ ਦੀ ਗਲਤੀ ਕਾਰਨ ਕਿੰਨੇ ਪਰਸੈਂਟ ਮੌਤਾਂ ਹੋਈਆਂ? 78% ਆਫ ਐਕਸੀਡੈਂਟਸ ਆਰ ਡਿਊ ਟੂ ਦਾ ਡਰਾਈਵਰ ਫੋਲਟ। ਲਾਸਟ 'ਚ ਹੈਗਾ ਜੀ ਆਪਣਾ ਰਾਈਟ ਐਨ ਈਮੇਲ ਟੂ ਯੋਰ ਫਰੈਂਡ ਇਨਵਾਈਟਿੰਗ ਹਿਮ ਟੂ ਵਾਚ ਅ ਪਲੇ, ਠੀਕ ਹੈ, ਆਪਣੇ ਫਰੈਂਡ ਨੂੰ ਇਨਵਾਈਟ ਕਰਨ ਲਈ ਈਮੇਲ ਲਿਖਣਾ ਹੈ ਤਾਂ ਕਿ ਤੁਸੀਂ ਇਕੱਠੇ ਕੋਈ ਪਲੇ ਵਾਚ ਕਰਨੇ। ਅੱਗੇ ਹੈ ਜੀ ਅਟੈਂਪਟ ਐਨੀ ਵਨ ਆਰਟ ਸਕੂਲ ਜਾਂ ਫਿਰ ਮਾਈ ਨੇਬਰ ਦੇ ਉੱਤੇ ਲਿਖਣਾ ਹੈ। ਅੱਗੇ ਹੈਗਾ ਰਾਈਟ ਐਨੀ ਵਨ, ਰਾਈਟ ਏ ਲੈਟਰ ਟੂ ਯੋਰ ਫਰੈਂਡ ਕੰਗਰੈਚੂਲੇਟਿੰਗ ਹਿਮ ਔਰ ਹਰ ਔਨ ਦੀ ਬਰਥ ਆਫ ਨੀਸ। ਆਪਣੇ ਫਰੈਂਡ ਨੂੰ ਪੱਤਰ ਲਿਖਣਾ ਹੈ ਵਧਾਈ ਦੇਣ ਲਈ ਉਹਨਾਂ ਦੀ ਨੀਸ ਦੇ ਬਰਥ ਦੇ ਉੱਪਰ। ਜਾਂ ਫਿਰ ਰਾਈਟ ਏ ਲੈਟਰ ਟੂ ਦਾ ਬੁੱਕ ਸੈਲਰ ਆਰਡਰਿੰਗ ਸਟੇਸ਼ਨਰੀ ਆਈਟਮਸ। ਠੀਕ ਹੈ ਜੀ, ਇਹ ਸੀ ਆਪਣਾ ਪੇਪਰ, ਅਤੇ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆਇਆ ਹੋਊਗਾ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਪੇਪਰ ਦੇ ਨਾਲ। ਅਤੇ ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ।